ਨਮਾਜ਼ ਫਜਰ ਤੋਂ ਬਾਅਦ ਫੌਰਨ ਮੈਂ ਲਾਹੌਰ ਜਾ ਰਿਹਾ ਸਾਂ। ਸਾਡਾ ਗਾਉਂ ਹੈ, ਉੱਥੇ ਕੋਈ ਹਰ ਬੱਸ ਨਹੀਂ ਖੜ੍ਹੀ ਹੁੰਦੀ। ਸਿਆਲਕੋਟ ਦੀ ਬੱਸ ਆਈ, ਉਹਦੇ 'ਤੇ ਬਹਿ ਗਿਆ ਮੈਂ ਸੋਚਿਆ ਅੱਗੇ ਟੂਲ ਪਲਾਜ਼ਾ ਆਏਗਾ, ਉੱਥੋਂ ਮੈਂ ਚੇਂਜ ਕਰ ਲਾਂਗਾ, ਉੱਥੇ ਉਤਰ ਜਾਵਾਂਗਾ ਅਤੇ ਅੱਗੇ ਲਾਹੌਰ ਦੀ ਬੱਸ 'ਚ ਬਹਿ ਜਾਵਾਂਗਾ। ਟੂਲ ਪਲਾਜ਼ੇ ਤੋਂ ਮੈਂ ਉਤਰ ਗਿਆ। ਮੈਂ ਲਾਹੌਰ ਦੀ ਬੱਸ ਦਾ ਇੰਤਜ਼ਾਰ ਕਰਨ ਲੱਗ ਪਿਆ। ਦੋਸਤ ਆਪਸ ਵਿੱਚ ਗੱਲਾਂ ਪਏ ਕਰਨ। ਕਹਿੰਦਾ ਭਰਾਵਾ ਮਹਿੰਗਾਈ ਬਹੁਤ ਹੈ, ਮਹਿੰਗਾਈ ਬੜੀ ਹੈ। ਰੋਣਾ ਰੋ ਰਿਹਾ ਸੀ। ਦੂਸਰੇ ਨੂੰ ਕਹਿੰਦਾ ਹੈ ਯਾਰ ਜਿੰਨੀ ਵੀ ਮਹਿੰਗਾਈ ਹੈ, ਲੇਕਿਨ ਅੱਲਾ ਦਾ ਸਾਡੇ 'ਤੇ ਇਹ ਫਜ਼ਲ ਹੈ, ਹਰ ਸਾਲ ਕੁਰਬਾਨੀ ਕਰੀਦੀ ਹੈ। ਕੁਰਬਾਨੀ ਤੋਂ ਪਿੱਛੇ ਨਹੀਂ ਹਟੀਦਾ। ਸਾਲ ਭਾਵੇਂ ਖਾਣ ਨੂੰ ਲੱਭਦਾ ਨਾ ਹੋਏ, ਪਰ ਕੁਰਬਾਨੀ ਅੱਲਾ ਦਾ ਸ਼ੁਕਰ ਹੈ, ਜਦ ਕੁਰਬਾਨੀ ਆਉਂਦੀ, ਵੱਡੀ ਈਦ ਆਉਂਦੀ, ਅੱਲਾ ਪੈਸੇ ਦੇ ਦਿੰਦਾ ਹੈ ਅਤੇ ਅਸੀਂ ਕੋਈ ਨਾ ਕੋਈ ਜਾਨਵਰ ਲੈ ਕੇ ਕੁਰਬਾਨ ਕਰ ਦਈਦਾ। ਨਾਲ ਦਾ ਬੰਦਾ ਇੱਕ ਕਹਿਣ ਲੱਗਾ ਯਾਰ ਪੁਰਾਣੀ ਗੱਲ ਸੁਣਾਉਣ ਲੱਗਾ। ਆਂਦਾ ਪਿਛਲੇ ਜਿਹੜੀ ਕੁਰਬਾਨੀ ਗੁਜ਼ਰ ਗਈ ਹੈ, ਇਹਨੂੰ ਬੜੀ ਹੀ ਇੱਕ ਸਸਤੀ ਕੁਰਬਾਨੀ ਮਿਲੀ। ਕਹਿੰਦਾ ਯਾਰ ਸ਼ੇਖੂਪੁਰਾ ਜਿਹੜੀ ਮੰਡੀ ਹੈ ਨਾ, ਉੱਥੇ ਮੈਂ ਗਿਆ, ਤਕਰੀਬਨ ਰਾਤ ਦੇ 2:30-3 ਦਾ ਟਾਈਮ ਹੈ। ਕੱਟਾ ਜਿਹੜਾ ਹੈ ਖੜਾ ਹੋਇਆ ਹੈ, ਉਹਦਾ ਜਿਹੜਾ ਮਾਲਕ ਹੈ ਬੜਾ ਪਰੇਸ਼ਾਨ ਨਜ਼ਰ ਆ ਰਿਹਾ ਸੀ। ਮੈਂ ਸੋਚਿਆ ਕਿ ਇਹਦੀ ਪਰੇਸ਼ਾਨੀ ਤੋਂ ਨਜਾਇਜ਼ ਫਾਇਦਾ ਉਠਾਇਆ ਜਾਏ, ਅਤੇ ਮੈਂ ਸੋਚਿਆ ਚਲੋ ਇਹਦੇ ਕੋਲ ਰੇਟ ਪੁੱਛਣੇ। ਉਹ ਕਹਿੰਦਾ ਯਾਰ ਮੈਂ ਪੁੱਛਿਆ ਉਹਦੇ ਮਾਲਕ ਕੋਲ, ਯਾਰ ਇਹ ਜਿਹੜਾ ਕੱਟਾ ਹੈ ਕਿੰਨੇ ਦਾ ਹੈ? ਜਿਹੜਾ ਮਾਲਕ ਹੈ ਬੜਾ ਮਜਬੂਰ ਹੋ ਕੇ ਕਹਿੰਦਾ ਹੈ ਭਰਾਵਾ ਮੈਂ ਤਕਰੀਬਨ ਇਹ ਕੱਟੇ ਨੂੰ ਲਿਆਉਣ 'ਚ ਮੇਰਾ ਤਕਰੀਬਨ ਖਰਚਾ 54,000 ਦਾ ਹੋ ਗਿਆ ਅਤੇ ਮੈਂ ਪਰੇਸ਼ਾਨ ਹਾਂ। ਘਰ ਜਾਣਾ ਹੈ, ਸੁਬਹ ਈਦ ਹੈ, ਆਪਣੇ ਬੀਵੀ ਬੱਚਿਆਂ ਵਾਸਤੇ ਚੀਜ਼ਾਂ ਲਿਆਉਣੀਆਂ ਨੇ, ਅਤੇ ਇੰਝ ਕਰ ਮੇਰੇ ਕੋਲ ਕੱਟਾ ਖਰੀਦ ਲਾ। ਉਹ ਕਹਿੰਦਾ ਮੈਂ ਦਿਲੋਂ ਖੁਸ਼ ਹੋਇਆ ਕਿ ਹੁਣ ਕੰਮ ਬਣ ਜਾਏਗਾ, ਸਸਤਾ ਮਿਲ ਜਾਏਗਾ। ਉਹ ਕਹਿੰਦਾ ਕਿ ਤੂੰ ਮੈਨੂੰ ਕਿੰਨੇ ਦਾ ਦੇਂਗਾ? ਕਹਿੰਦਾ ਯਾਰ ਮੈਂ ਤੈਨੂੰ 60,000 ਦਾ ਦੇ ਦਿਆਂਗਾ। ਕਹਿੰਦਾ ਮੈਂ ਖੁਸ਼ ਹੋਵਾਂ ਦਿਲੋਂ ਕਿ ਇਹ ਕੱਟਾ ਹੁਣ ਖਰੀਦ ਲਾਂਗਾ, ਸਸਤਾ ਮਿਲ ਜਾਏਗਾ। ਮਜਬੂਰ ਸੀ। ਆਂਦਾ ਚੱਲ ਯਾਰ ਠੀਕ ਹੈ। ਇਹ ਤਾਂ ਗੱਲ ਖ਼ਤਮ ਹੋਈ। ਕਹਿੰਦਾ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਹੈ, ਇੱਥੋਂ ਤੁਸੀਂ ਵੇਖ ਲਓ ਕੁਰਬਾਨੀ ਵਾਸਤੇ ਜਾਨਵਰ ਲੈ ਰਿਹਾ। ਕੁਰਬਾਨੀ ਦਾ ਅਸਲ ਮਕਸਦ ਕੀ ਹੈ? ਅੱਲਾ ਦੀ ਰਜ਼ਾ ਦੇ ਵਾਸਤੇ ਕੁਰਬਾਨੀ ਕਰਨੀ ਹੈ, ਸਿਰਫ ਔਰ ਸਿਰਫ ਅੱਲਾ ਨੂੰ ਖੁਸ਼ ਕਰਨ ਵਾਸਤੇ। ਇਹ ਨਹੀਂ ਕਿ ਕਿਸੇ ਨੂੰ ਠੱਗੀ ਮਾਰ ਕੇ ਜਾਨਵਰ ਲੈ ਆਣਾ। ਅੱਲਾ ਦੀ ਕਸਮ ਉਹ ਕੁਰਬਾਨੀ ਕਬੂਲ ਨਹੀਂ ਹੋ ਸਕਦੀ। ਕਹਿੰਦਾ ਯਾਰ ਇੰਝ ਕਰ ਗੱਡੀ 'ਤੇ ਲੈ ਕੇ ਸਾਡੇ ਘਰ ਛੱਡ ਕੇ ਆਵੇਂਗਾ, ਫਿਰ ਤੈਨੂੰ ਪੈਸੇ ਦਿਆਂਗਾ। ਦੋਸਤੋ ਇਹ ਵਾਕਿਆ ਸੁਣਾਉਣ ਦਾ ਮਕਸਦ ਹੈ ਕਿ ਕੁਰਬਾਨੀ ਆਈ ਹੈ, ਅਤੇ ਕੁਰਬਾਨੀ ਦਾ ਅਸਲ ਮਕਸਦ ਕੀ ਹੈ? ਅੱਲਾਹ ਰੱਬੁਲ ਆਲਮੀਨ ਨੇ ਦੱਸ ਦਿੱਤਾ ਕਿ ਜਾਨਵਰ ਜਿਹੜਾ ਹੈ ਉਹਨੂੰ ਛੁਰੀ ਫੇਰਨ ਤੋਂ ਪਹਿਲਾਂ ਆਪਣੇ ਨਫਸ ਨੂੰ ਛੁਰੀ ਫੇਰੋ। ਇਹ ਵਾਕਿਆ ਸੁਣਾਉਣ ਦਾ ਇਹ ਮਕਸਦ ਹੈ ਕਿ ਜਿਹਨੇ ਠੱਗਬਾਜ਼ੀ ਕਰਕੇ ਆਪਣਾ ਜਾਨਵਰ ਲਿਆਣਾ ਹੈ, ਉਹ ਕੁਰਬਾਨੀ ਕਬੂਲ ਤਾਂ ਨਹੀਂ ਹੋ ਸਕਦੀ। ਉਹ ਬੰਦਾ ਬਸ ਗੋਸ਼ਤ ਖਾ ਸਕਦਾ ਹੈ। ਦੋਸਤੋ ਆਖਰੀ ਪੈਗਾਮ ਮੈਂ ਦੇਣਾ ਚਾਹੁੰਦਾ, ਤੁਸੀਂ ਕੁਰਬਾਨੀ ਕਰਨੀ ਹੈ। ਮੈਂ ਨਾ ਲੱਖ ਦਾ ਤੁਸੀਂ ਡੰਗਰ ਲਿਆਂਦਾ ਹੈ, ਤੁਸੀਂ 1.5 ਲੱਖ ਦਾ ਡੰਗਰ ਲਿਆਂਦਾ ਹੈ, 50,000 ਦਾ ਤੁਸੀਂ ਬੱਕਰਾ ਲਿਆਂਦਾ ਹੈ, ਤੁਸੀਂ ਆਪਣਾ ਪੈਸੇ ਜੋੜ ਕੇ ਆਪਣਾ ਤੁਸੀਂ ਬੱਕਰਾ ਲਿਆਂਦਾ ਹੈ, ਲੇਕਿਨ ਕੀ ਮਕਸਦ ਹੈ ਕਿ ਕੁਰਬਾਨੀ ਅੱਲਾ ਰਾਜ਼ੀ ਹੋ ਜਾਏ। ਅਗਰ ਅੱਲਾ ਰਾਜ਼ੀ ਨਾ ਹੋਇਆ, ਕੁਰਬਾਨੀ ਕਬੂਲ ਨਾ ਹੋਈ, ਤਾਂ ਉਹਦਾ ਫਾਇਦਾ ਕੋਈ ਨਹੀਂ। ਅੱਲਾ ਕੋਲ ਦੁਆ ਹੈ ਕਿ ਅੱਲਾ ਸਾਡੀ ਇਹ ਈਦ ਉਲ ਜ਼ਹਾ ਦੇ ਅੰਦਰ ਜਿਹੜੀਆਂ ਅਸੀਂ ਕੁਰਬਾਨੀਆਂ ਕਰੀਏ ਕਬੂਲ ਮਨਜ਼ੂਰ ਫਰਮਾਏ, ਔਰ ਕੱਲ੍ਹ ਕਿਆਮਤ ਵਾਲੇ ਦਿਨ ਸਦਕਾ ਜਾਰੀਆ ਬਣਾ ਕੇ ਅੱਲਾ ਸਾਨੂੰ ਜन्नत ਦਾ ਮਹਿਮਾਨ ਬਣਾਏ। ਅਸਲਾਮੁ अलैकुम व रहमतुल्लाहि व बरकातुहू।